ਵਾਹਿਗੁਰੂ ਜੀ। ਕਬੀਰ ਸੇਵਾ ਕੋ ਦੋਵੇਂ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜੋ ਪਾਵੈ ਨਾਮ। ਆਇਆ ਤੰਕਾ ਸਫਲ ਹੈ, ਪਰ ਉਪਕਾਰੀ ਹੋਏ। ਦੁਖ ਸਹਾਇ ਸਿਰ ਆਪਣੈ, ਸੁਖਦਾਈ ਸਭ ਕੋਏ। ਦੁਖ ਸਹਾਇ ਸਿਰ ਆਪਣੈ, ਸੁਖਦਾਈ ਸਭ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਫਤਿਹ ਦੀ ਆਵਾਜ਼ ਨਹੀਂ ਆਈ। ਕਿਸੇ ਕਵੀ ਨੇ ਅਰਥ ਕੀਤੇ ਨੇ, ਚਾਰ ਮਿਲੇ। ਜਦੋਂ ਫਤਿਹ ਬੁਲਾਈ ਦੀ ਹੈ, ਪਹਿਲਾਂ ਚਾਹੋਂ ਦਾ ਮਿਲਾਪ ਹੁੰਦਾ, ਦੋ ਅੱਖਾਂ ਆਪਣੀਆਂ ਅਤੇ ਦੋ ਅਗਲੇ ਦੀਆਂ। ਵੇਖੀ ਦਾ ਕੌਣ ਆਇਆ। ਗੈਰ ਧਰਮ ਦੀ ਛੱਡੋ, ਸਾਡੇ ਵਿੱਚੋਂ ਜਿਹੜੇ ਵੱਖਰੇ ਹੋਏ ਨੇ ਉਹ ਪੋਲੀ ਜੀ ਸਤਿ ਸ੍ਰੀ ਅਕਾਲ ਤੇ ਬੁਲਾਉਂਦੇ ਨੇ, ਫਤਿਹ ਨਹੀਂ ਬੁਲਾਉਂਦੇ। ਪਤਾ ਨਹੀਂ ਕੀ ਐਲਰਜੀ ਹੈ। ਕਈਆਂ ਨੂੰ ਦਾਲ ਤੋਂ ਧੱਫੜ ਪੈਂਦੇ ਨੇ, ਕਈਆਂ ਨੂੰ ਆਲੂਆਂ ਤੋਂ ਪੈਂਦੇ ਨੇ। ਉਹਨਾਂ ਨੂੰ ਸ਼ਾਇਦ ਵਾਹਿਗੁਰੂ ਜਿਹੜਾ ਚੰਗਾ ਨਹੀਂ ਲੱਗਦਾ। ਅਤੇ ਸਿੱਖ ਤਾਂ ਇਸ ਤਰ੍ਹਾਂ ਨਾ ਕਰਨ। ਪਹਿਲਾਂ ਚਾਰ ਮਿਲੇ, ਫਿਰ 64 ਖਿਲੇ, ਫਿਰ 32 ਦੰਦ ਆਪਣੇ ਅਤੇ 32 ਅਗਲੇ ਦੇ ਐ ਕਲੀਆਂ ਦੀ ਤਰ੍ਹਾਂ ਖਿੜ ਜਾਂਦੇ, ਵੇਖ ਕੇ ਹੱਸ ਪਈਦਾ ਫਲਾਣਾ ਆਇਆ। ਫਿਰ ਮਿਲੇ 20 ਕਰ ਦੋ ਜੋਰ, 20 ਉਂਗਲਾਂ ਜੁੜ ਜਾਂਦੀਆਂ, 2 ਆਪਣੀਆਂ ਅਤੇ 10 ਆਪਣੀਆਂ ਅਤੇ 10 ਅਗਲੇ ਦੀਆਂ। ਗੁਰਸਿੱਖ ਸਿਓ ਗੁਰਸਿੱਖ ਮਿਲੇ, ਖਿਲੇ 7 ਕਰੋੜ। ਜਦੋਂ ਗੁਰਸਿੱਖ ਨੂੰ ਗੁਰਸਿੱਖ ਮਿਲਦਾ ਹੈ ਅਤੇ 7 ਕਰੋੜ ਰੋਮ, 3.5 ਕਰੋੜ ਰੋਮ ਆਪਣਾ ਅਤੇ 3.5 ਕਰੋੜ ਰੋਮ ਅਗਲੇ ਦਾ ਖਿੜ ਜਾਂਦਾ ਹੈ। ਅਤੇ ਫਤਿਹ ਗੱਜ ਕੇ ਬੁਲਾਇਆ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਖਾਲਸਾ ਸਾਧ ਸੰਗਤ ਜੀ, ਅੱਜ ਆਪਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ 'ਤੇ ਉਹਨਾਂ ਮਹਾਂਪੁਰਖਾਂ ਦੀ ਯਾਦ ਮਨਾ ਰਹੇ ਹਾਂ, ਜਿਨ੍ਹਾਂ ਦਾ ਜੀਵਨ ਦੁੱਧ ਵਰਗਾ ਚਿੱਟਾ ਸੀ, ਜਿਹੜੇ ਬੜੇ ਮਰਿਆਦਾ ਪੁਰਸ਼ੋਤਮ ਸੀ ਔਰ ਭਿੱਜੀ ਹੋਈ ਰੂਹ ਸੀ, ਦਿਲਦਾਰ ਆਸ਼ਿਕ ਸੀ ਪ੍ਰਭੂ ਦੇ। ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਹੈ, ਉਹਨਾਂ ਨੂੰ ਉਹਨਾਂ ਦੀ ਹਸਤੀ ਦੇ ਬਾਬਤ ਪਤਾ ਹੈ ਕਿ ਬਾਬਾ ਦਇਆ ਸਿੰਘ ਸਾਹਿਬ ਜੀ ਕੌਣ ਸਨ। ਮੇਰੇ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਸਾਹਿਬਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਨੇ ਆਪ ਜੀ ਨਾਲ ਬਚਨ ਸਾਂਝੇ ਕੀਤੇ ਨੇ। ਆਓ ਤੁਹਾਡੇ ਸਾਹਮਣੇ ਕੁਝ ਸੰਪਰਦਾ ਦੇ ਮਹਾਂਪੁਰਖਾਂ ਦੇ ਬਚਨ ਰੱਖਣ ਦਾ ਯਤਨ ਕਰਾਂ। ਤੀਰਥ 3 ਤਰ੍ਹਾਂ ਦੇ ਹੁੰਦੇ ਨੇ। ਇੱਕ ਅਸਥਾਵਰ ਤੀਰਥ ਹੁੰਦਾ ਹੈ, ਇੱਕ ਜੰਗਮ ਤੀਰਥ ਹੁੰਦਾ, ਇੱਕ ਮਾਨਵ ਤੀਰਥ ਹੁੰਦਾ ਹੈ। ਅਸਥਾਵਰ ਤੀਰਥਾਂ ਦੇ ਵਿੱਚ ਪਵਿੱਤਰ ਨਦੀਆਂ, ਝੀਲਾਂ, ਸੋਮੇ, ਸ਼ਹੀਦਾਂ ਦੇ ਅਸਥਾਨ, ਗੁਰੂ ਦੇ ਅਸਥਾਨ ਜਿਹੜੇ ਆ ਜਾਂਦੇ ਨੇ, ਇਹ ਅਸਥਾਵਰ ਤੀਰਥ ਹੁੰਦੇ ਨੇ। ਮਾਨਵ ਤੀਰਥ ਉਸ ਨੂੰ ਕਹਿੰਦੇ ਨੇ ਮਨੁੱਖ ਦੇ ਅੰਦਰਲੇ ਸ਼ੁਭ ਗੁਣ। ਜੰਗਮ ਤੀਰਥ ਕਹਿੰਦੇ ਨੇ ਰੱਬ ਦੇ ਪਿਆਰਿਆਂ ਨੂੰ, ਕਿਉਂਕਿ ਰੱਬ ਦੇ ਪਿਆਰੇ ਤੁਰ ਫਿਰ ਕੇ ਇਸ਼ਨਾਨ ਕਰਾਉਂਦੇ ਨੇ, ਇਸ ਕਰਕੇ ਉਹਨਾਂ ਨੂੰ ਜੰਗਮ ਤੀਰਥ ਕਿਹਾ ਜਾਂਦਾ ਹੈ। ਉਹਨਾਂ ਜੰਗਮ ਤੀਰਥਾਂ ਦੇ ਪ੍ਰਤੀ ਗੁਰੂ ਰਾਮਦਾਸ ਸਾਹਿਬ ਜੀ ਨੇ ਵੀ ਮਲਾਰ ਰਾਗ ਵਿੱਚ ਬਚਨ ਕਹੇ ਨੇ।
गंगा जमुना गोदावरी सरस्वती ते उद्यम करे धूर साधु की ताई। ये जड़ियाँ पवित्र नदियाँ वगदियाँ ने, ये भी रब दे प्यारे दी चरण धूड़ वास्ते उद्यम करदियाँ ने, जतन करदियाँ ने। उद्यम की है? ਜਿਹੜੀਆਂ दिन रात वग रही ने, पानी वग रहा है, ये इस भावना नाल वगदा है कि किसी घाट ते रब दा प्यारा साडे विच चरण पा देवे। क्योंकि किलविख मैल भरे परे हमरे विच दुनिया दे लोग साडे विच पापां दी मैल लैके आके पै जांदे ने, इशनान करदे ने, ते हमरी मैल साधु की धूर गवाई। साडी मैल कदों उतरदी है? जदों रब दा प्यारा साडे विच चरण पा दिंदा है, फिर असीं पवित्र हो जांदियां हां, स्वच्छ हो जांदियां हां। रब दा प्यारा जिहड़ा है ओदी समग्र ते उस्तति कोई नहीं कर सकदा, क्योंकि हर का सेवक सो हर जेहा, भेद ना जाणो मानस देहा। पर रब दे प्यारे दे कुछ गुण वर्णन कीते ने ग्रंथां ने, भी कुछ सानू समझ पै सके भी रब दा प्यारा हुंदा की है। क्योंकि सब तो पहला रब दा प्यारा जिहड़ा है ना, जदों तूं मिलण वास्ते जाना है ना, उदों कोई भैड़ा संकल्प नहीं लेना। कबीर साधु को मिलना जाइए, साथ ना लीजा कोई। ते हुज्जतां करन वाले नूं, संत निंदक नूं भी नाल नहीं लेना। पाछा पाओ ना दीजिए, आगा होए सो होए। अपना मन ते अपनी बुद्धि रूप पैर पिछे नहीं पाउणे। मन विच चंगा संकल्प धारना है, भैड़े संकल्प रूप पिछे पैर नहीं पाउणा। चंगे कर्मां दा निश्चा बुद्धि करदी है, बुद्धि रूप पैर भी अगे पाउणा है, और मिलन वास्ते चलना है, दर्शन करने ने। सब तो पहला रब दे प्यारे दी काया निर्मल हुंदी है, शरीर निर्मल हुंदा है। क्योंकि सदा रहे कंचन सी काया, काल ना कबहू व्यापै। इहदा अर्थ की है? रब दे प्यारे दी कंचन वर्गी शुद्ध देही है, ओदे ते काल समय दा प्रभाव नहीं पै सकदा। दुनिया दे लोग समय नाल बदलदे ने, पर रब दे प्यारे नहीं बदलदे। गुरबाणी अंदर सानू प्रमाण मिल जांदे ने, और विद्वाना ने भी वचन कहे ने, एक वो हैं जो बदलते हैं जमाने के साथ साथ, मगर मर्द वो है जो जमाने को बदल देते हैं। वो दुनिया की तूती बन के नहीं वजदे। फरीदा दुनी बजाई वजदी, तू भी वजै नाल, पर सोई जियो ना वजदा जिस अल्हों करदा सार। वो जमाने दे प्रभाव तो उपर उठ जाते ने। उन्हां दी काया निर्मल क्यों हुंदी है? वो शरीर नाल सेवा ते परोपकार करते ने। रब दे प्यारे दी बाणी निर्मल हुंदी है, स्वच्छ हुंदी है, क्योंकि वो सच ते पहरा देंदे ने। बोलीए सच धर्म, झूठ ना बोलीए। रब दा प्यारा कदी झूठ नहीं बोलदा। रब दा प्यारा सच ते रहिंदा है, सच दा आसरा लैंदा है, सच ते चलण वास्ते प्रेरित करदा है। बोलीए सच धर्म, झूठ ना बोलीए। फिर रब दा प्यारा जिहड़ा है, उहदे अंदरों नाम दे ते ब्रह्म विद्या दे आबसार वगदे ने। बाबा जी बहुत वड्डे विद्वान सी, जिन्हां ने बेअंत ही ग्रंथी साहिबान शुद्ध बाणी पढ़ने वाले तैयार किए। उन्हां दी बाणी जिसने सुनी है ना, संत करतार सिंह जी खालसा पिंडरां वाले, सुर सिंह आए, ਅੰਮ੍ਰਿਤ ਛਕਾਉਣਾ ਸੀ। ਸੰਤਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ, ਤੁਸੀਂ ਵੀ ਪੰਜਾਂ ਪਿਆਰਿਆਂ ਵਿੱਚ ਲੱਗੋ।
ਉਹ ਸਮਝਦੇ ਸੀ ਸ਼ਾਇਦ ਬਾਬਾ ਜੀ ਨੂੰ ਬਾਣੀ ਯਾਦ ਨਹੀਂ ਜਾਂ ਬਾਣੀ ਨਹੀਂ ਪੜ੍ਹਦੇ ਹੋਣੇ। ਸੰਤ ਜੀ ਜਪਜੀ ਸਾਹਿਬ ਜਿੱਥੇ ਬੈਠ ਕੇ ਪੜ੍ਹੀਦਾ ਹੈ ਉੱਥੇ ਬੈਠ ਗਏ। ਜਾਪ ਸਾਹਿਬ ਵਾਲੀ ਜਗ੍ਹਾ 'ਤੇ ਬਾਬਾ ਜੀ ਖਲੋਤੇ ਸੀ। ਸੰਤ ਕਰਤਾਰ ਸਿੰਘ ਜੀ ਨੇ ਜਪਜੀ ਸਾਹਿਬ ਉੱਚੀ ਧੁਨ ਆਵਾਜ਼ ਨਾਲ ਪੜ੍ਹਿਆ ਤੇ ਬਾਬਾ ਜੀ ਨੇ ਜਾਪ ਸਾਹਿਬ ਪੜ੍ਹਿਆ। ਸੰਤ ਹੈਰਾਨ ਹੋ ਗਏ, ਇਤਨੀ ਸ਼ੁੱਧ ਬਾਣੀ। ਫਿਰ ਸਾਰੀਆਂ ਸਟੇਜਾਂ 'ਤੇ ਕਹਿੰਦੇ ਰਹੇ ਤੁਸੀਂ ਬੋਲੋ, ਸਾਨੂੰ ਘਾਟਾ ਪੈਂਦਾ ਹੈ। ਜੇ ਤੁਸੀਂ ਕਹਿ ਦਿਓ ਅੰਮ੍ਰਿਤ ਛਕੋ ਤੇ ਤੁਹਾਡੇ ਬਚਨ ਨਾਲ ਬਹੁਤ ਸੰਗਤਾਂ ਅੰਮ੍ਰਿਤ ਛਕਣਗੀਆਂ, ਕਿਉਂਕਿ ਰੱਬ ਦੇ ਪਿਆਰੇ ਦੇ ਕਮਾਏ ਹੋਏ ਬਚਨ ਹੁੰਦੇ ਨੇ। ਇਹ ਤੀਰਾਂ ਦੀ ਤਰ੍ਹਾਂ ਜਾ ਕੇ ਅੰਦਰ ਵੱਜ ਜਾਂਦੇ, ਅਸਰ ਹੋ ਜਾਂਦਾ ਹੈ। ਆਮ ਬੰਦੇ ਮੇਰੇ ਵਰਗਿਆਂ ਦੀ ਚਾਨ ਮਾਰੀ ਹੁੰਦੀ ਹੈ, ਉਹ ਅਸਰ ਨਹੀਂ ਕਰਦੀ। ਫਿਰ ਬਾਬਾ ਜੀ ਨੇ ਦਸਮ ਬਾਣੀ ਦਾ ਹੁਕਮਨਾਮਾ ਲਿਆ ਤੇ ਬੜੇ ਪ੍ਰਸੰਨ ਹੋਏ। ਬਾਬਾ ਜੀ ਕਿੰਨੇ ਕੁ ਵਿਦਵਾਨ ਸੀ। ਇਹ ਜਿਹੜੀ ਪਹਿਲੀ ਪੋਥੀ ਦਇਆ ਸਾਗਰ ਲਿਖੀ ਹੈ, ਉਹਦੇ ਵਿੱਚ ਮੈਂ ਕੁਝ ਬਚਨ ਲਿਖਣ ਦਾ ਚਾਰਾ ਕੀਤਾ ਹੈ। ਮੇਰੇ ਕਹਿਣ ਤੋਂ ਮੁਰਾਦ ਰੱਬ ਦੇ ਪਿਆਰੇ ਜਿਹੜੇ ਨੇ ਉਹਨਾਂ ਦੇ ਮੁਖ ਵਿੱਚੋਂ ਨਾਮ ਅਤੇ ਬ੍ਰਹਮ ਵਿਦਿਆ ਦੇ ਆਬਸਾਰ ਵਗਦੇ ਨੇ। ਉਹਨਾਂ ਆਬਸਾਰਾਂ ਵਿੱਚ ਜਲ ਕਿਹੜਾ ਹੁੰਦਾ ਹੈ? ਅਗਮ ਅਗੋਚਰ ਪ੍ਰਭੂ ਦਾ ਜਲ ਹੁੰਦਾ ਹੈ। ਚੰਦਨ ਦੇ ਕੋਲ ਕੇਵਲ ਸੁਗੰਧੀ ਹੈ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਚੰਦਨ ਦਾ ਦਰਖਤ ਜਿਹੜਾ ਹੈ ਨਾ, ਬਾਮਣ ਚੰਦਨ, ਉਹ 52 ਉਂਗਲਾਂ ਦਾ ਮੰਨਿਆ ਹੈ। ਬਹੁਤ ਛੋਟਾ ਜਿਹਾ ਹੁੰਦਾ ਪਰ ਸੁਗੰਧਤ ਬੜਾ ਹੁੰਦਾ ਹੈ। ਉਹ ਭਾਵੇਂ ਢੱਕ ਪਲਾ ਸ਼ਿਸ਼ਰੇ ਦੇ ਦਰਖਤਾਂ ਵਿੱਚ ਘਿਰਿਆ ਹੋਵੇ, ਦੱਬਿਆ ਹੋਵੇ, ਪਰ ਉਹ ਭਲਾ ਹੈ, ਕਿਉਂਕਿ ਉਹਦੇ ਲਾਗੇ ਵਸਣ ਵਾਲੇ ਜਿੰਨੇ ਨਕੰਮੀ ਲੱਕੜ ਦੇ ਦਰਖਤ ਨੇ ਉਹ ਸਾਰੇ ਸੁਗੰਧੀ ਵਾਲੇ ਹੋ ਜਾਂਦੇ ਨੇ। ਉਹਨਾਂ ਵਿੱਚੋਂ ਸੁਗੰਧੀ ਆਉਣ ਲੱਗ ਪੈਂਦੀ ਹੈ। ਗੁਰੂ ਅਰਜਨ ਸਾਹਿਬ ਜੀ ਵੀ ਗਾਥਾ ਬਾਣੀ ਦੇ ਵਿੱਚ ਕਹਿੰਦੇ ਨੇ, ਮੈਂ ਲਾਗਰ ਸੰਗੇਨ ਨਿਮ ਬਿਰਖ ਸੇ ਚੰਦਨ ਹੈ, ਨਿਕਟ ਬਸੰਤੋ ਬਾਂਸੋ ਨਾਨਕ ਅੰਗ ਬੁੱਧ ਨਾ ਬੋਹਤੇ। ਮੈਂ ਲਾਗਰ ਚੰਦਨ ਜਿਹੜਾ ਹੈ, ਬਾਮਣ ਚੰਦਨ ਦੇ ਲਾਗੇ ਭਾਵੇਂ ਨਿੰਮ ਦਾ ਬੂਟਾ ਹੋਵੇ, ਕੌੜਾ ਹੈ, ਪਰ ਉਹ ਵੀ ਸੁਗੰਧੀ ਵਾਲਾ ਹੋ ਜਾਂਦਾ ਹੈ। ਪਰ ਵਾਂਸ ਕਦੀ ਸੁਗੰਧੀ ਵਾਲਾ ਨਹੀਂ ਹੁੰਦਾ। ਦੁਨੀਆ ਅੰਦਰ ਦੋ ਪੱਖ ਨੇ, ਦੋ ਟੀਮਾਂ ਨੇ ਤਾਂ ਮੈਚ ਚੱਲਦਾ ਹੈ। ਸੰਸਾਰ ਦੇ ਅੰਦਰ ਮਨਮੁਖ ਤੇ ਸੰਤ ਨੇ ਤਾਂ ਸੰਸਾਰ ਚੱਲਦਾ ਹੈ। ਕੱਪੜੇ ਪਾਏ ਹੈ, ਇਹਦੇ ਵਿੱਚ ਤਾਣਾ ਤੇ ਪੇਟਾ ਹੈ, ਧਾਗਿਆਂ ਦੀ ਖਿੱਚ ਬਣੀ ਹੈ ਤੇ ਬਸਤਰ ਬਣਿਆ ਹੈ। ਰਾਜ ਮਿਸਤਰੀ ਇੱਟਾਂ ਲਾਉਂਦਾ ਹੈ ਤੇ ਪਹਿਲੀ ਇੱਟ ਨੂੰ ਨੱਪ ਕੇ ਉੱਤੇ ਦੂਜੀ ਧਰਦਾ ਹੈ, ਕਸ਼ਿਸ਼ ਬਣਾ ਕੇ ਰੱਖਦਾ ਹੈ, ਫਿਰ ਦੀਵਾਰ ਖਲੋਂਦੀ ਹੈ। ਰੱਬ ਦਾ ਪਿਆਰਾ ਵੀ ਜਿਹੜਾ ਹੈ, ਹੁਕਮਨਾਮਾ ਤੁਸੀਂ ਸਿੰਘ ਸਾਹਿਬ ਤੋਂ ਸੁਣ ਲਿਆ ਕਿ ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਹੁਣ ਚੰਦਨ ਗੁੱਸੇ ਥੋੜ੍ਹਾ ਹੋ ਜਾਂਦਾ ਵੀ ਛਛਰਾ ਪਲਾ ਹੈ, ਢੱਕ ਹੈ, ਮੈਨੂੰ ਸੁਗੰਧੀ ਵਾਲਾ ਨਹੀਂ ਕਰਨਾ, ਪਰ ਉਹ ਵਾਂਸ ਨੂੰ ਸੁਗੰਧਿਤ ਨਹੀਂ ਕਰ ਸਕਦਾ। ਬਹੁਤੇ ਨਾਮ ਹੈ ਵਾਸ਼ਨਾ ਦਾ, ਸੁਗੰਧੀ ਦਾ। ਵਾਂਸ ਦੇ ਵਿੱਚ 6 ਦੋਸ਼ ਨੇ, ਗਿਣ ਲਿਓ। ਵਾਂਸ ਵਿੱਚ ਪਹਿਲਾ ਦੋਸ਼ ਹੈ ਕਿ ਉਹ ਉੱਚਾ ਹੈ। ਦੂਸਰਾ ਦੋਸ਼ ਹੈ ਉਹਦੇ ਵਿੱਚ ਛਿਲਤਾ ਨੇ। ਤੀਸਰਾ ਦੋਸ਼ ਹੈ ਗੰਢਾਂ ਨੇ। ਚੌਥਾ ਦੋਸ਼ ਹੈ ਖੋਖਲਾ ਹੈ, ਥੋਥਾ ਹੈ, ਖਾਲੀ ਹੈ। ਪੰਜਵਾਂ ਦੋਸ਼ ਹੈ ਕੁਲ ਘਾਤੀ ਹੈ। ਮਨਮੁਖ ਬੰਦੇ ਵਿੱਚ ਵੀ ਇਹ 6 ਦੋਸ਼ ਨੇ। ਸਭ ਤੋਂ ਪਹਿਲਾਂ ਉੱਚੇ ਹੋਣ ਦਾ, ਮੇਰੇ ਵਰਗੀ ਕਿਸੇ ਦੀ ਜਾਤ ਨਹੀਂ, ਮੇਰੇ ਵਰਗਾ ਕੋਈ ਵੱਡੇ ਮਰਤਬੇ ਵਾਲਾ ਨਹੀਂ, ਮੇਰੀ ਜਾਤ ਬੜੀ ਉੱਚੀ ਹੈ। ਉਹ ਹੰਕਾਰ ਕਰਦਾ ਹੈ, ਕਿਸੇ ਨੂੰ ਵੱਧਦਾ ਹੀ ਨਹੀਂ, ਮਿੱਥਦਾ ਹੀ ਨਹੀਂ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਇਹ ਲੋਕ ਜਿਹੜੇ ਨਾ ਕਿਸੇ ਨਾ ਵਧਾ ਹੈ, ਆਪ ਅਹੰਕਾਰੀ। ਹੰਕਾਰੀ ਬੰਦਾ ਕਿਸੇ ਨੂੰ ਵੱਧਦਾ ਹੀ ਨਹੀਂ, ਮਿੱਥਦਾ ਹੀ ਨਹੀਂ ਵੀ ਇਹ ਵੀ ਹੈ ਜਾਂ ਕੁਝ ਕਰ ਸਕਦਾ ਹੈ, ਆਪਣੇ ਆਪ ਨੂੰ ਗਿਣਦਾ ਹੈ। ਦੂਸਰਾ ਦੋਸ਼ ਹੈ ਗੰਢਾਂ। ਮਨਮੁਖ ਵਿੱਚ ਵੀ ਗੰਢਾਂ ਨੇ, ਆਸ਼ਰਮ ਤੇ ਵਰਨ ਦੀਆਂ।
चार वर्ण ने, चार आश्रम ने। मेरा आश्रम बड़ा उच्चा है, मैं ब्रह्मचर्य हाँ, मैं ब्राह्मण हाँ, मैं गृहस्थी हाँ, मैं सन्यासी हाँ, मैं वानप्रस्थी हाँ, मैं ब्राह्मण हाँ, मैं क्षत्रिय हाँ, मैं वैश्य हाँ। ये गंढा बणियां रहिंदियां ने। ईरखा रूपी शिलता ने मनमुख विच, बिना कारण तो रब दे प्यारिਆਂ नाल गुरमुखां नाल ईरखा ही करी जाणगे, सूला झबोई जाणगे, दुखी करी जाणगे। पर रब दा प्यारा इस गल नाल दुखी नहीं हुंदा। मनमुख दे विच शिलता ने जो ईरखा करदे ने। थोथा की है? रब दी गल कीर्तन कथा ते सुनदा है, पर अंधे एक ना लग गई। जो बांस बजाइए फूक विचों दी फूक निकलदी ना, बांस दी कोई राग नहीं बनता, ਉਹਦੇ ਕੰਨਾਂ ਚੋਂ इधरों सुनता तो इधर ਕੱਢ ਦਿੰਦਾ। थोथा खाली ਦਾ खाली रह ਜਾਂਦਾ है। पंजवां दोष है कुल घाती। ਜਦੋਂ जंगल ਵਿੱਚ ਅੱਗ लगती है, ਵਾਂਸਾਂ ਨਾਲ ਵਾਸ ਕਹਿੰਦੇ ਨੇ ਤੇ ਆਪਣੀ ਕੁਲ ਨੂੰ ਸਾੜ ਦਿੰਦੇ ਨੇ। ਮਨਮੁਖ ਬੰਦਾ ਵੀ ਜਿਹੜਾ ਹੈ ਨਾ, ਇਹਦੇ ਅੰਦਰ ਆਸਰੀ ਸੰਪਦਾ ਜਿਹੜੀ ਹੈ ਨਾ, ਇਹਦੀ सो शुभ गुणा की अंश नूं छाड़ के सवाह कर देंदे ने ईरखा की अगड़ी दे नाल। पर रब दे प्यारिਆਂ कोल निम वर्गा कौड़ा बंदा आ जे, उन्हों भी सुगंधित कर देंदे ने, उन्हों भी गुरमुख बना देंदे ने। चंदन वास नूं सुगंधित नहीं करता, पर वास वर्गे बंदे नूं रब दे प्यारे सुगंधित भगती रूप सुगंधी नाल ऐ लिपत कर देंदे ने। उन्हां विच ये गुण है। सिंह साहब ने एक प्रमाण दिता सी, सो विचार वाला ग्रंथ विच लिखिया है कि दुनिया अंदर एक पत्थर है जिन्हों कहते पारस। वो किसी धात नूं छोह दिओ, ला दिओ, लोहे नूं सोना बना दिंदा है, पर सोने नूं पारस नहीं बना सकता। तो विद्वान कहता है पारस मैं अर संत मैं बड़ो अंतरो जान। पारस विच ते संत विच बड़ा वड्डा फर्क है। किते पारस की तुलना ना दे दिओ। वह लोहा कंचन करे वह करे आप समान। पारस तां लोहे नूं सोना बनाउंदा है, पर रब दा प्यारा अपने वर्गा कर लैंदा है। लोहे वर्गा ना सख्त सुभाअ दा, अड़ियल सुभाअ दा, उहनूं भी नरम चित्त कर दिंदे ने। ਜਿਹੜੇ प्रभु नाल एक मिक हो गए ने, वो ने पक्के संत। ਜਿਹੜੇ पदार्थां ਵਿੱਚ ਝੜ ਝੜ ਪੈਂਦੇ ਨੇ, ਉਹ ਕੱਚੇ ਨੇ, ਉਹਨਾਂ ਨੂੰ ਅਸੰਤ ਕਹਿੰਦੇ ਨੇ। ਉਹ ਅਸੰਤ ਲੋਕ ਨੇ, ਝੜ ਝੜ ਪਵੰਦੇ ਕੱਚੇ ਬਿਰਹੀ, ਜਿਨ੍ਹਾਂ ਕਾਰ ਨਾ ਆਈ, ਜਿਨ੍ਹਾਂ ਨੂੰ ਭਗਤੀ ਦੀ ਕਾਰ ਕਰਨੀ ਨਹੀਂ ਨਾ ਆਈ, ਉਹ ਝੜ ਝੜ ਕੇ ਪਦਾਰਥਾਂ ਵਿੱਚ ਪੈਂਦੇ ਨੇ, ਦੁਖੀ ਹੁੰਦੇ ਨੇ। जिथे रब दे प्यारे बैठते ने, उत्थे हरी की कथा होने लग पैंदी है। कदी हरी का कीर्तन हुंदा है, कदी हरी विच समाधि लगती है। जेड़े ऐसे जागे जीवन वाले ने ना, आ शरीर जागण की गल बाणी विच नहीं कही। जाग ले हो रे मना जाग ले हो, जाग रे मन जागण हारे। मन नूं जगाउण की गल है। जिन्हां दा मन जाग पिया, उन्हां दे लागे फिर निंदिया नहीं आ सकती। चुगली नूं लागे आउण दा मौका नहीं मिलता, ईरखा दा दा नहीं लगता, क्रोध नूं मौका नहीं मिलता, तो लोभ झपट नहीं मार सकता। लोभ झपट मारदा ना, खोंदा दूजे दा, ये नहीं आ सकते। इन्हां भूतां दा वासा कित्थे है? निंदिया चुगली काम क्रोध दा। कबीर साहब कहते कबीर जहें कर साध ना सेवी है, हर की सेवा नाहे ते कर मरहट सारखे भूत बसे तन माहे। जिथे रब दे प्यारे दा सत्कार नहीं, रब दे प्यारे दी सेवा नहीं, हरी दा सिमरन नहीं, वो घर भूतनिया दा है। वो मड़ियां बन जाता है घर, ते जीव भूतने बन जाते हैं। गुरु नानक साहब ने बिहागड़े राग विच भी आख्या है, कली अंदर नानका जिन्ना दा अवतार। मर के कलयुग में बंदा नहीं जमदा, भूत प्रेत ही जम्मी जाते ने।
ਪੁੱਤ ਜਨੂਰਾ ਧੀ ਜਨੋਰੀ ਜੋਰੂ ਜਿੰਨਾ ਦਾ ਸਿਕਦਾਰ। ਪੁੱਤ ਵੀ ਭੂਤਨਾ ਧੀ ਵੀ ਭੂਤਨੀ ਤੇ ਮਾਂ ਵੱਡੀ ਸਰਦਾਰਨੀ, ਜਿਹੜੀ ਸਾਰੀ ਰਾਤ ਸੀਰੀਅਲ ਵੇਖਦੀ ਹੈ, ਬੰਦਗੀ ਵੱਲ ਨਹੀਂ, ਸਿਮਰਨ ਵੱਲ ਨਹੀਂ, ਅੰਮ੍ਰਿਤ ਵੇਲੇ ਉੱਠਦੇ ਹੀ ਨਹੀਂ। ਹੋਰ ਮੜੀਆਂ ਕਿਹੜੀਆਂ ਲੱਭਣੀਆਂ, ਉਹ ਘਰ ਹੀ ਮੜੀਆਂ ਬਣ ਜਾਂਦੇ ਨੇ। ਦੁਨੀਆ ਤੋਂ ਸੇਵਾ ਕਰਾਉਣ ਦਾ ਦੋ ਨੂੰ ਹੱਕ ਹੈ, ਤੀਜੇ ਨੂੰ ਨਹੀਂ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਸੰਤ ਦਾ ਪਹਿਲਾ ਅਧਿਕਾਰ ਹੈ ਸੇਵਾ ਕਰਾਉਣੀ। ਲੋਕ ਸੜਦੇ ਨੇ, ਨਿੰਦਕ ਲੋਕ ਸੜ ਜਾਂਦੇ ਨੇ, ਇਹਨਾਂ ਦਾ ਸਤਿਕਾਰ ਹੈ, ਇਹਨਾਂ ਨੂੰ ਲੋਕ ਮੱਥੇ ਟੇਕਦੇ ਨੇ, ਇਹਨਾਂ ਦਾ ਆਦਰ ਕਰਦੇ ਨੇ। ਪਰ ਪਹਿਲਾ ਅਧਿਕਾਰ ਰੱਬ ਦੇ ਪਿਆਰੇ ਦਾ, ਤੇ ਦੂਜਾ ਅਧਿਕਾਰ ਰਾਮ ਦਾ ਹੈ। ਕਿਉਂਕਿ ਸੰਤ ਨਾਮ ਨਹੀਂ ਜਪਾਵੇਗਾ ਤੇ ਰੱਬ ਮੁਕਤ ਕਿਹਨੂੰ ਕਰ ਦੂਗਾ। ਫਿਰ ਰੱਬ ਦੇ ਪਿਆਰਿਆਂ ਵਿੱਚ ਸ਼ਕਤੀ ਵੇਖੋ। ਉਹ ਕਹਿੰਦੇ ਜਿਉਂਦੇ ਮੁਕਤ ਹੋਵੋ, ਮਰਨ ਤੋਂ ਬਾਅਦ ਕੋਈ ਅੱਜ ਤੱਕ ਮੁਕਤ ਨਹੀਂ ਹੋ ਸਕਿਆ। ਜਿਹਨੂੰ ਜਿਉਂਦਿਆਂ ਮੁਕਤੀ ਨਹੀਂ ਮਿਲੀ, ਉਹਨੂੰ ਮਰਨ ਤੋਂ ਬਾਅਦ ਕਿੱਥੋਂ ਮਿਲ ਜੂਗੀ। ਭਗਤਾਂ ਨੇ ਬਾਣੀ ਵਿੱਚ ਵੀ ਕਹਿ ਦਿੱਤਾ, ਮੂਏ ਹੂਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ। ਮਾਰੇ ਮੈਂ ਵੇਖਣ ਆਉਣਾ ਨਹੀਂ, ਮੈਂ ਮਰੇ ਨੂੰ ਮੁਕਤ ਕਰਦਾ, ਤੇ ਮੈਨੂੰ ਜਿਉਂਦਿਆਂ ਮੁਕਤੀ ਦਿਓ। ਜਿਉਂਦਿਆਂ ਮੁਕਤੀ ਕੀ ਹੈ? ਧਿਆਨ ਨਾਲ ਸੁਣੋ। ਜਿਹੜਾ ਬੰਦੇ ਨੇ ਕਾਮ ਨੂੰ ਆਪਣੇ ਅਧੀਨ ਕਰ ਲਿਆ, ਸ਼ਰਮ ਹਿਆ ਦਾ ਚੋਲਾ ਪਾ ਲਿਆ, ਵੇਖ ਪਰਾਈਆਂ ਚੰਗੀਆਂ, ਸਮਝ ਲਓ ਕਿ ਉਹ ਰੱਬ ਦਾ ਪਿਆਰਾ ਜਿਹੜਾ ਉਹ ਜਿਉਂਦਾ ਮੁਕਤ ਹੈ। ਜਿਹਨੇ ਕ੍ਰੋਧ ਤੇ ਵਸੀਕਾਰ ਪਾ ਲਿਆ, ਸੰਤੋਖ ਧਾਰ ਲਿਆ, ਸ਼ਾਂਤੀ ਧਾਰ ਲਈ, ਉਹ ਜਿਉਂਦਾ ਮੁਕਤ ਹੈ। ਜਿਹਨੇ ਲੋਭ ਨੂੰ ਸੰਤੋਖ ਵਿੱਚ ਲੈ ਜਾਂਦਾ, ਉਹ ਜਿਉਂਦਾ ਮੁਕਤ ਹੈ। ਇਹਨਾਂ ਚੀਜ਼ਾਂ ਤੋਂ ਮੁਕਤ ਹੋਣਾ ਹੀ ਮੁਕਤ ਹੋਣਾ ਹੈ। ਪਹਿਲਾ ਅਧਿਕਾਰ ਰੱਬ ਦੇ ਪਿਆਰੇ ਨੂੰ, ਦੂਜਾ ਅਧਿਕਾਰ ਪਰਮੇਸ਼ਰ ਨੂੰ ਹੈ। ਆਓ ਹੁਣ ਮੈਂ ਤੱਤਸਾਰ ਗੱਲ ਕਹਿਣ ਲੱਗਾ, ਧਿਆਨ ਨਾਲ ਸੁਣਿਓ ਵੀ ਕਬੀਰ ਸਾਹਿਬ ਨੇ ਬਚਨ ਕਿਉਂ ਆਖਿਆ ਹੈ। ਰੱਬ ਦਾ ਪਿਆਰਾ ਮਹਾਤਮਾ ਪਹਿਲਾਂ ਜਗਿਆਸੂ ਨੂੰ ਨਾਮ ਜਪਾਉਂਦਾ ਹੈ, ਨਾਮ ਸਿਮਰਨ ਵਿੱਚ ਲਾਉਂਦਾ ਹੈ। ਜਦੋਂ ਜਗਿਆਸੂ ਨਾਮ ਸਿਮਰਨ ਵਿੱਚ ਲੱਗ ਜਾਵੇ, ਫਿਰ ਉਸ ਨਾਮ ਰਸੀਏ ਜਗਿਆਸੂ ਨੂੰ ਪ੍ਰਮਾਤਮਾ ਮੁਕਤੀ ਦਿੰਦਾ ਹੈ। ਫਿਰ ਮੁਕਤੀ ਦਿੰਦਾ ਹੈ ਪਰਮੇਸ਼ਰ। ਰੱਬ ਦੇ ਪਿਆਰੇ ਸੰਤ ਜਨ ਜਗਿਆਸੂ ਨੂੰ ਨਾਮ ਸਿਮਰਨ ਦੀ ਘਾਲਣ ਵਿੱਚ ਲਾਉਂਦੇ ਨੇ, ਕਿਉਂਕਿ ਘਾਲਣਾ ਸੌਖੀ ਨਹੀਂ। ਆ ਮਾਇਆ ਕਮਾਉਣੀ ਸੌਖੀ ਨਹੀਂ, ਤੇ ਰੱਬ ਨੂੰ ਪਾਉਣਾ ਉਦੋਂ ਔਖਾ ਜੇ। ਹੁਣ ਅੰਮ੍ਰਿਤ ਵੇਲੇ ਉੱਠਣਾ ਕਿੱਡੀ ਘਾਲਣਾ, ਸਾਰੇ ਥੋੜ੍ਹਾ ਉੱਠ ਸਕਦੇ ਆ। ਸੇਵਾ ਕਰਨੀ ਬੜੀ ਵੱਡੀ ਘਾਲਣ ਹੈ। ਅਸੀਂ ਤੇ ਅਖੰਡ ਪਾਠ ਰਖਾਉਣੇ ਆ, ਤੇ ਭਾਂਡੇ ਮਾਂਜ ਨੂੰ ਬਾਹਰੋਂ ਸੇਵਾਦਾਰ ਦੀ ਦਿਹਾੜੀ ਤੇ ਸੱਦ ਲੈਂਦੇ ਆ। ਫਿਰ ਅਰਦਾਸ ਕੀ ਹੋਵੇਗੀ? ਜਲ ਪਾਣੀ ਗੁਰੂ ਕਾ, ਤੇ ਟਹਿਲ ਪਾਣੀ ਹਲਵਾਈਆਂ ਦੀ, ਤੇ ਬੀਬੀ ਜਿਹੜੀ ਸੇਵਾਦਾਰੀ ਦਿਹਾੜੀਦਾਰ ਉਹਦੀ। ਤੁਹਾਨੂੰ ਤਾਂ ਕੁਛ ਨਾ ਮਿਲਿਆ। ਇਹ ਔਖੀ ਘਾਟੀ ਹੈ। ਰੱਬ ਦੇ ਪਿਆਰੇ ਨਾਮ ਸਿਮਰਨ ਦੀ ਘਾਲਣ ਵਿੱਚ ਲਾਉਂਦੇ ਨੇ। ਜਦੋਂ ਤਿਆਰ ਹੋ ਜਾਵੇ, ਫਿਰ ਨਾਮ ਸਿਮਰਨ ਦਾ ਬੀਜ ਬੀਜਣ ਦੀ ਜਾਚ ਦੱਸਦੇ ਨੇ। ਕਿਉਂ? ਗੁਰਬਾਣੀ ਦਾ ਪ੍ਰਮਾਣ ਪੜੋ। ਜੈਸੇ ਧਰਤੀ ਸਾਧੇ ਬਹੁ ਬਿਧ, ਬਿਨ ਬੀਜੇ ਨਹੀਂ ਜਾਮੇ। ਧਰਤੀ ਨੂੰ ਵਾਈ ਜਾਓ, ਬੀਜਿਆਂ ਤੋਂ ਬਿਨਾਂ ਥੋੜ੍ਹਾ ਹੋ ਚੱਲੀ ਹੈ, ਕੁਛ ਨਹੀਂ ਮਿਲਣਾ। ਇੱਧਰ ਵੀ ਘਾਲ ਕੇ ਨਾਮ ਸਿਮਰਨ ਦਾ ਬੀਜ ਦਿੰਦੇ ਨੇ। ਹੁਣ ਜਦੋਂ ਖੇਤੀ ਉੱਗਦੀ, ਅਸੀਂ ਡੰਗਰਾਂ ਤੋਂ ਤੇ ਬਿਮਾਰੀਆਂ ਤੋਂ ਬਚਾਉਣੇ ਆ, ਉਹਨੂੰ ਵਾੜ ਕਰਦੇ ਆ। ਇੱਧਰ ਡੰਗਰ ਕਿਹੜੇ ਨੇ? ਪਸ਼ੂ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇਹਨਾਂ ਤੋਂ ਬਚਾਉਣ ਵਾਸਤੇ ਵਾੜ ਕਿਹੜੀ ਕਰਨੀ ਹੈ? ਰੱਖ ਗਰੀਬੀ ਵੇਸ, ਨਿਮਰਤਾ ਵਾਲਾ ਵੇਸ, ਗਰੀਬੀ ਵਾਲਾ। ਉੱਪਰੋਂ ਨਹੀਂ, ਅੰਦਰੋਂ ਗਰੀਬੀ। ਗੁਰਮੁਖ ਹਿਰਦੇ ਗਰੀਬੀ ਆਵੇ। ਉੱਪਰੋਂ ਵੀ ਚਟਕੀਲੇ ਪਟਕੀਲੇ ਕੱਪੜੇ ਨਹੀਂ ਪਾਉਣੇ, ਜਿਹਨੂੰ ਵੇਖ ਕੇ ਕਿਸੇ ਦਾ ਮਨ ਮਚਲੇ। ਜਿੱਥੇ ਬਾਹਰ ਗਰੀਬੀ ਹੈ, ਅੰਦਰ ਵੀ ਨਿਮਰਤਾ ਗਰੀਬੀ ਧਾਰਨੀ ਹੈ। ਜਦੋਂ ਫਿਰ ਖੇਤੀ ਪੱਕ ਜਾਂਦੀ ਹੈ, ਤੇ ਆਰ ਬੁਖਾਰ ਭੜੋਲੇ ਭਰ ਜਾਂਦੇ। ਹੁਣ ਤੇ ਆ
ਡਰਮ ਆ ਗਏ ਨਾ, ਬਹੁਤੇ ਨੇ ਭੜੋਲਿਆਂ ਦਾ ਪਤਾ ਹੀ ਨਹੀਂ ਭੜੋਲੇ ਕੀ ਹੁੰਦੇ ਸੀ, ਮਿੱਟੀ ਦੇ ਬਣਾਏ, ਉਹ ਭਰ ਜਾਂਦੇ ਨੇ ਘਰ ਦੇ। ਇਧਰ ਜਦੋਂ ਨਾਮ ਖੇਤੀ ਪੱਕਦੀ ਹੈ ਨਾ, 72 ਕੋਠੜੀਆਂ ਸਾਡੇ ਅੰਦਰ ਨੇ, 72 ਘਰ ਇੱਕ ਪੁਰਖ ਸਮਾਇਆ, ਉਹਨ ਦੀਆ ਨਾਮ ਲਿਖਾਈ। ਇਹ ਸਾਰਾ ਸਰੀਰ ਨਾਮ ਧਨ ਨਾਲ ਭਰ ਜਾਂਦਾ ਹੈ। ਤਦੇ ਗੁਰਮੁਖ ਰੋਮ ਰੋਮ ਹਰ ਧਿਆਵੈ। ਬਾਬਾ ਦਇਆ ਸਿੰਘ ਸਾਹਿਬ ਜੀ, ਜਿਨ੍ਹਾਂ ਦਾ 24 ਘੰਟੇ ਸਿਮਰਨ ਚੱਲਦਾ ਸੀ, ਰਾਤ ਵੀ ਕੋਈ ਮਿਲਣ ਆਇਆ, ਕਿਸੇ ਨੇ ਜਹਾਜ਼ ਤੇ ਚੜ੍ਹਨਾ ਹੈ, ਹੌਲੀ ਜੀ ਦਰਵਾਜ਼ਾ ਖੋਲ੍ਹ ਕੇ ਵੇਖਣਾ, ਬਾਬਾ ਜੀ ਆਰਾਮ ਕੁਰਸੀ ਤੇ ਸਿਮਰਨ ਕਰ ਰਹੇ ਹੁੰਦੇ ਸੀ। ਪ੍ਰਸ਼ਾਦਾ ਛਕਦਿਆਂ ਸੁਖਮਨੀ ਸਾਹਿਬ ਦਾ ਪਾਠ ਕਰ ਲੈਂਦੇ ਸੀ ਸੁਰਤੀ ਨਾਲ। ਸੁਖਮਨੀ ਦੇ ਐਸੇ ਦਿਲਦਾਰ ਆਸ਼ਿਕ ਸੀ, ਐਸੇ ਦਿਲਦਾਰ ਆਸ਼ਿਕ ਸੀ ਕਿ ਉਹਨਾਂ ਦੇ ਰੋਮ ਰੋਮ ਵਿੱਚ ਸੁਖਮਨੀ ਵਸੀ ਹੋਈ ਸੀ। ਬਾਣੀ ਨਾਲ ਇੰਨਾ ਉਹਨਾਂ ਦਾ ਲਗਾਅ ਸੀ, ਪਿਆਰ ਸੀ। ਜਿਸ ਤਰ੍ਹਾਂ ਚੰਗੀ ਖੇਤੀ ਕੋਈ ਕਰ ਲਵੇ, ਕੋਈ ਲੀਚੀਆਂ ਲਾ ਲਵੇ, ਕੋਈ ਕਿੰਨੂ ਲਾ ਲਵੇ, ਆ ਮਾਲਵੇ ਵਿੱਚ ਉਹਨਾਂ ਨੂੰ ਇਨਾਮ ਮਿਲਦੇ ਨੇ ਕਿ ਕਿੰਨੂ ਬੜੇ ਹੋਏ ਇਹਦੇ, ਸਰਕਾਰ ਇਨਾਮ ਦਿੰਦੀ ਹੈ। ਇੱਧਰ ਜਿਹੜਾ ਜਗਿਆਸੂ ਨਾਮ ਧਨ ਦੇ ਨਾਲ ਆਪਣੇ ਆਰ ਬੁਖਾਰ ਅੰਦਰੋਂ ਭਰ ਲੈਂਦਾ ਹੈ, ਨਾਮ ਸਿਮਰਨ ਦੀ ਖੇਤੀ ਵੇਖ ਕੇ ਪਰਮਾਤਮਾ ਉਸ ਨਾਮ ਸਿਮਰਨ ਵਾਲੇ ਕਿਸਾਨ ਨੂੰ ਮੁਕਤੀ ਦਾ ਦਾਨ ਦੇ ਦਿੰਦਾ ਹੈ। ਫਿਰ ਦੁਨੀਆ ਪੁੱਛਣ ਲੱਗ ਪੈਂਦੀ ਹੈ, ਮੋਹ ਮਲਨ ਨੀਂਦ ਤੇ ਛੁਟਕੀ, ਕਹਾਂ ਅਨੁਗਰੋ ਭਇਓਰੀ। ਤਾਂ ਸਖੀਆਂ ਪੁੱਛਦੀਆਂ ਨਾ, ਭੈਣੇ ਤੂੰ ਪਤੀ ਨੂੰ ਕਿਸ ਤਰ੍ਹਾਂ ਵਸੀਕਾਰ ਕਰ ਲਿਆ, ਪਤੀ ਨਾਲ ਤੇਰਾ ਇੰਨਾ ਪਿਆਰ ਕਿਉਂ ਬਣ ਗਿਆ? ਕਿਉਂਕਿ ਪਤੀ ਨੂੰ ਆਪਣਾ ਅੰਗ ਹਿਰਦਾ ਸਮਝਿਆ ਹੋਇਆ ਹੈ। ਏਕ ਜੋਤ ਦੇ ਮੂਰਤੀ ਧਨ ਪਰ ਕਹੀਏ ਸੋਏ। ਤੇ ਜਿਹੜਾ ਭੈਣ ਕੋਈ ਆਖੇ ਮੈਂ ਸੁਹਾਗਣ, ਮੈਂ ਸੁਹਾਗਣ, ਮੈਂ ਸੁਹਾਗਣ, ਤੇ ਗਵਾਂਢਣ ਪੁੱਛੇ ਪਤੀ ਕਦੀ ਘਰ ਆਇਆ, ਆਖੇ ਉਹ ਤਾਂ ਕਦੀ ਘਰ ਨਹੀਂ ਆਇਆ, ਤੇ ਸੁਹਾਗਣ ਕਾਹਦੀ ਸਵਾਹ ਦੀ ਜੇ ਪਤੀ ਨਹੀਂ ਘਰ ਆਇਆ। ਸੰਤ ਵੀ ਉਹ ਹੈ ਜਿਹਦੇ ਅੰਦਰ ਪ੍ਰਮਾਤਮਾ ਪਤੀ ਵਸਦਾ ਹੈ। ਜਿੰਨਾ ਸਾਸ ਗਿਰਾਸ ਨਾ ਵਿਸਰੇ ਹਰਨਾਮਾ ਮਨਮੰਤ। ਲੋਕ ਪੁੱਛਦੇ ਨੇ ਬਾਬਾ ਦਇਆ ਸਿੰਘ ਵਰਗੇ ਮਹਾਂਪੁਰਸ਼ ਨੂੰ, ਮੋਹ ਮਲਨ ਨੀਂਦ ਤੇ ਛੁਟਕੀ, ਕੌਣ ਅਨੁਗਰੋ ਭਇਓਰੀ। ਮਹਾਨ ਮਨ ਨੂੰ ਮੈਲ ਕਰਨ ਵਾਲੀ ਮੋਹ ਦੀ ਮੈਲ ਤੋਂ ਤੂੰ ਕਿਸ ਤਰ੍ਹਾਂ ਬਚ ਗਿਓ, ਰੱਬ ਦੇ ਪਿਆਰੇ ਨੂੰ ਪੁੱਛਦੇ ਨੇ। ਮਹਾ ਮੋਹਣੀ ਤੁਧਨਾ ਵਿਆਪੇ, ਤੇਰਾ ਆਲਸ ਕਹਾਂ ਗਇਓਰੀ। ਤੇਰਾ ਆਲਸ ਕਿੱਥੇ ਚਲੇ ਗਿਆ? ਤੇਰਾ ਆਲਸ ਕਿਉਂ ਦੂਰ ਹੋ ਗਿਆ? ਕਿਸ ਤਰ੍ਹਾਂ ਹੋਇਆ ਮੈਨੂੰ ਵੀ ਦੱਸ। ਫਿਰ ਕਾਜਰ ਕੋਠ ਮੈਂ ਭਈ ਨਾ ਕਾਰੀ, ਨਿਰਮਲ ਬਰਨ ਬਣਿਓਰੀ। ਸੰਸਾਰ ਵਿੱਚ ਮਾਇਆ ਦੀ ਕਾਲਖ ਵਿੱਚ ਰਹਿੰਦਿਆਂ ਤੂੰ ਆਪਣੇ ਚਿੱਟੇ ਦੁੱਧ ਰੰਗੇ ਕੱਪੜੇ ਬਿਨਾਂ ਦਾਗ ਤੋਂ ਕਿਸ ਤਰ੍ਹਾਂ ਲੈ ਕੇ ਸੰਸਾਰ ਤੋਂ ਚਲੇ ਗਏ ਹੋ? ਪ੍ਰਸ਼ਨ ਬੜੇ ਨੇ ਪਰ ਸਮਾਂ ਹੁੰਦਾ ਜਾਂਦਾ ਹੈ। ਇਹਨਾਂ ਸਾਰੇ ਪ੍ਰਸ਼ਨਾਂ ਦਾ ਇੱਕ ਉੱਤਰ ਹੈ। ਉਹ ਫਿਰ ਜਗਿਆਸੂ, ਉਹ ਰੱਬ ਦਾ ਪਿਆਰਾ ਕਹਿੰਦਾ ਹੈ, ਇਹ ਸਾਰਿਆਂ ਦਾ ਫਲ ਪਤਾ ਕੀ ਹੈ? ਮੈਂ ਸੰਤ ਸਰੋਵਰ ਦਾ ਇਸ਼ਨਾਨੀ ਹਾਂ। ਸੰਤ ਸਰੋਵਰ ਦੇ ਵਿੱਚ ਪ੍ਰਭੂ ਦਾ ਨਾਮ ਜਲ ਹੈ। ਮੈਂ ਕਿਹਾ ਨਾ, ਜੰਗਮ ਨੇ ਰੱਬ ਦੇ ਪਿਆਰੇ ਤੀਰਥ, ਜੰਗਮ ਤੀਰਥ ਤੁਰ ਫਿਰ ਕੇ ਇਸ਼ਨਾਨ ਕਰਾਉਣ ਵਾਲੇ। ਜਿਹੜੇ ਸਥਾਵਰ ਤੀਰਥ ਨੇ ਇੱਕ ਥਾਂ ਤੇ ਨੇ, ਜੰਗਮ ਜਿਹੜੇ ਨੇ ਸਾਰੀਆਂ ਜਗ੍ਹਾ ਤੇ ਵਿਚਰ ਕੇ ਸੱਚ ਨਾਲ ਜੋੜਦੇ ਨੇ। ਤੇ ਉਹ ਕਹਿੰਦੇ ਨੇ ਰੱਬ ਦੇ ਪਿਆਰੇ ਗੁਰਮੁਖ ਰੂਪੀ ਤੀਰਥ ਵਿੱਚ ਇਸ਼ਨਾਨ ਕਰਕੇ ਹੀ ਮੈਨੂੰ ਪਤਾ ਲੱਗਾ ਵੀ ਮਨੁੱਖ ਵਿੱਚ ਤੇ ਪਸ਼ੂ ਵਿੱਚ ਕੀ ਫਰਕ ਹੈ। ਪਹਿਲਾਂ ਪਤਾ ਹੀ ਨਹੀਂ ਸੀ ਮਨੁੱਖ ਕੀ ਹੈ ਤੇ ਪਸ਼ੂ ਕੀ ਹੈ, ਕਿਉਂਕਿ ਬੰਦਾ ਪਸ਼ੂਆਂ ਦੀ ਤਰ੍ਹਾਂ ਖਾਈ ਜਾਂਦਾ ਹੈ ਤੇ ਪਸ਼ੂ ਵੀ ਖਾਈ ਜਾਂਦੇ ਨੇ। ਪਸ਼ੂ ਵੀ ਨਿਆਣੇ ਬਥੇਰੇ ਜੰਮ ਲੈਂਦਾ ਸੂਰੀ, ਮਗਰ ਵੇਖ ਲਓ ਬੰਦੇ ਦੇ ਨਿਆਣੇ ਬੜੇ ਨੇ। ਪਸ਼ੂ ਝੋਟਾ ਮਾੜੇ ਨੂੰ ਡਰਾ ਲੈਂਦਾ ਹੈ, ਬੰਦਾ ਵੀ ਡਰਾ ਲੈਂਦਾ ਢੁੱਡ ਮਾਰ ਕੇ। ਵਿਸ਼ੇਸ਼ਤਾ ਇਹਦੇ ਕੋਈ ਨਹੀਂ। ਕਰਤੂਤ ਪਸ਼ੂ ਕੀ, ਮਾਨਸ ਜਦ। ਕਰਤੂਤ ਪਸ਼ੂਆਂ ਵਾਲੀ, ਸਰੀਰ ਮਨੁੱਖਾ ਹੈ। ਉਹਦੇ ਮੈਨੂੰ ਇਸ ਤੀਰਥ ਵਿੱਚ ਇਸ਼ਨਾਨ ਕਰਕੇ ਹੀ ਪਤਾ ਲੱਗਾ ਕਿ ਮਨੁੱਖ ਤੇ ਪਸ਼ੂ ਵਿੱਚ ਕੀ ਫਰਕ ਹੈ। ਜਦੋਂ ਪਸ਼ੂ ਨੂੰ ਹਰਿਆਵਲਤਾ ਦਿਸ ਪਵੇ ਨਾ, ਮਾਲਕ ਆਵਾਜ਼ਾਂ ਮਾਰੇ ਚਾਹੇ ਡੰਡੇ ਮਾਰੇ, ਉਹ ਡੰਡੇ ਖਾਂਦਾ, ਆਵਾਜ਼ਾਂ ਸੁਣਦਾ ਵੀ ਬੇਸੁਣੀ ਕਰਕੇ ਜਾ ਵੜਦਾ ਪੈਲੀ ਵਿੱਚ, ਜਿਸ ਤਰ੍ਹਾਂ ਸੁਣਿਆ ਹੀ ਨਾ ਹੋਵੇ। ਪਰ ਬੰਦਾ ਤਾਂ ਸੁਣ ਕੇ ਉਹਨੂੰ ਧਾਰਨ ਕਰਦਾ ਹੈ, ਪੱਲੇ ਬੰਨ੍ਹਦਾ ਹੈ।
भी ये मेरे जीवन का एक आधार है, गुरु का बचन, मैंने यदी कमाई करा। पर जेड़ा बंदा सुन के अमल नहीं करता, पशु विच ते बंदे विच कोई फर्क नहीं, वो बंदा पशुआं वर्गा ही है। ज्यों आया तो जावे बौरे, ज्यों जन्मे तो मरण पाया, ज्यों आंदा उस तरह दुनिया तो चले जाता है। जेड़ा बंदा नाम वालों अचेत है ना, वो कला पशु नहीं, वो प्रेत भी है। ये गल नोट कर लो। जेड़ा रब दे नाम तो दूर है, गुरु की मर्यादा धारण करके नितनेमी सिमरन नहीं करता, वो कला पशु नहीं, वो प्रेत भी है। दुनिया दे अंदर प्यार तो है, पर ये वट्टे कुछ देना पैंदा है तो कुछ लेना पैंदा है। दुनिया का प्यार एवें नहीं निभदा। ये किन्ना चिर निभदा है? जिन्ना चिर तुहाडा शरीर काम करदा है, बिमारियां तो बचे हो, तुहाडे कोल 4 छिल्लड़ ने, तुहाडे नाल लोकां दा प्यार होवेगा। जिद्दन ये साथी जवाब दे गए, शरीर रोगी हो गया, माया मुक गई, तो अपने बगाने हो जाएंगे, कोई नहीं पूछेगा। कुटुंब परिवार स्त्री सब कहन खट्टू पल्ले पै गया, डैडी का स्वाद आ, 10 रुपये नहीं कदी दिते। दुनिया का प्यार लैन देन का है, सौदा है, कुछ देना पैंदा है, कुछ लेना पैंदा है, पर यह ज़्यादा चिर नहीं निभदा। फिर की करिए? जिस पातशाह के स्थान पर सजे हो ना, वो दखणे की बाणी वार विच कहिंदे ने, नानक कच्चड़िया स्यों तोड़। ये कच्चे ने, इन्हां तेरे नाल तोड़नी हूँ, जो तेरे को कख ना रहा तो पहला तोड़ ला। यदा मतलब ये नहीं घर छड्ड दे, स्त्री छड्ड दे, नहीं, मोह छड्ड दे, कशिश छड्ड दे, पालना कर जिम्मेवारी समझ के, पर खचत ना हो। नानक कच्चड़िया स्यों तोड़, ढूंढ सज्जन संत पक्या। जिहड़े संत करारां दे पक्के ने ना, कौल करार करके निभा देंदे ने, उन्हां नूं ढूंढ, उन्हां नूं लभ। इन्हां 2 प्रश्नां दा 2 पंक्तियां विच उत्तर है। ओए जीवन दे विछड़े, जिहड़े कच्चे जिउंदियां विछड़ जाणगे जदों माया मुक गई, शरीर जवाब दे गया, पर वो मोया ना याई छोड़। रब दे प्यारे मरण तो बाद भी तैनूं नहीं छड्डणगे, तेरा साथ देणगे। जितना बाबा विधि चंद साहब ने देओ गांव जाके सुंदर शाह का साथ दे के नाल सचखंड खड़िया सी। उस बाबा विधि चंद साहब जी के 11वें जानशीन महापुरख, नाम सिमरन दे रसीए और परा बाणी द्वारे सिमरन करने वाले, परा बाणी उन्हां अंदर चलती सी। पहला बैखरी बाणी आपां बोलते हैं, मधमा बाणी जबान हिलदी है, लागे बैठे नूं पता नहीं लगता की जाप करदा है। फिर पसंती बाणी हिरदे अंदर है, फिर परा बाणी नाभि दे आले दुआले माला चलती है, किसी नाल गल्लां करन तो भी जाप बंद नहीं हुंदा। जिथे नाम रसीए सी, मर्यादा पुरुषोत्तम बहुत सी। गुरु की मर्यादा वालों पिठ नहीं सी मोड़दे, पिठ नहीं सी विखाउंदे, मुख नहीं सी मोड़दे। अखी देखिया दास ने, ये होवेगी 95-96 की गल। जिन्हां ने अकाल तख्त साहिब तो मुख मोड़िया, भावें किड्डे अहुदेदार सी, मैनू कहण तो कोई झिझक नहीं, मैं नां नहीं लैंदा, पर महापुरखों की गड्डी बराबर ते आई तो मूँह ऐनू कर लिया भी अकाल तख्त तो मुनकर ने, इन्हां दे मत्थे नहीं लगना। इन्ने मर्यादा पुरुषोत्तम सी भी 6वें पातशाह का अकाल तख्त है, जिहड़ा हुक्म नहीं मनदा उहदे असीं मत्थे नहीं लगना, भावें किड्डा वड्डा होवे। सारी उम्र पंथ नूं समर्पित रहे ने, देशां प्रदेशां विच सिੱਖੀ का प्रचार किया है, टुटियां रूहां नूं गुरु नाल जोड़िया है, और मेरे वर्गियां नूं बहुत वड्डे विद्वान उन्होंने बचनां नाल बनाया है। ये सारी उन्हां दी दृष्टि सी, उन्हां दी मेहर सी। उन्हां दे उत्तराधिकारी 12वें जानशीन जहेदार संत बाबा अवतार सिंह साहब जी, जो हुंदियां ही अपने सारी जिम्मेवारी उन्हां दित्ती। मैं कल दी कथा विच परसों भी ये बचन कहे सी कि ਸਿੰਘਾਂ नूं भी कहिंदे सी, उन्हां नूं पुछो, उन्हां दी जिम्मेवारी है। और सारे बचन जिहड़े सी उन्हां पहलां ही इशारा करके समझा दिते। बाबा जी बाखूबी सेवा नूं निभा रहे ने। सवेर दे पता नहीं किन्ने प्रोग्रामां तो किसी प्रेमी नूं नाराज़ नहीं करते,
ਗੁਰਸਿੱਖ ਨੂੰ ਸਾਰਿਆਂ ਕੋਲੋਂ ਹੋ ਕੇ ਦੀਵਾਨ ਵਿੱਚ ਹਾਜ਼ਰੀ ਭਰਨ ਆਏ ਨੇ। ਇਹ ਬਰਸੀਆਂ ਮਨਾਉਣ ਦਾ, ਮਹਾਂਪੁਰਖਾਂ ਦੀ ਯਾਦ ਮਨਾਉਣ ਦਾ ਮਤਲਬ ਕੀ ਹੈ ਕਿ ਉਹਨਾਂ ਦੇ ਜੀਵਨ ਵਿੱਚੋਂ ਸਾਨੂੰ ਇੱਕ ਕਿਨਕਾ ਮਿਲ ਜਾਵੇ। ਜਿਸ ਤਰ੍ਹਾਂ ਉਹ ਗੁਰਮਤਿ ਵਾਲੇ ਸੀ, ਨਾਮ ਰਸੀਏ ਸੀ, ਅਸੀਂ ਵੀ ਖੰਡੇ ਬੱਟ ਦਾ ਅੰਮ੍ਰਿਤ ਪਾਨ ਕਰੀਏ, ਸਿਮਰਨ ਕਰੀਏ, ਬਾਣੀ ਵਿੱਚ ਪਰਪੱਕ ਹੋਈਏ ਅਤੇ ਸਾਡੀਆਂ ਬਰਸ਼ੀਆਂ ਮਨਾਈਆਂ ਸਫਲੀਆਂ ਨੇ। ਮੈਂ ਬੇਨਤੀ ਕਰਾਂ ਭਾਈ ਰਣਜੀਤ ਸਿੰਘ ਜੀ ਮਹਾਕਾਲ, ਜੋ ਬੜੇ ਲੰਮੇਰੇ ਸਮੇਂ ਤੋਂ ਇਹ ਸੇਵਾ ਨੂੰ ਨਿਭਾਉਂਦੇ ਆਏ ਨੇ, ਦਲ ਪੰਥ ਨਾਲ, ਮਹਾਂਪੁਰਖਾਂ ਨਾਲ ਪਿਆਰ ਹੈ, ਉਹ ਹਰ ਸਾਲ ਸੰਗਤਾਂ ਨੂੰ ਪ੍ਰੇਰਿਤ ਕਰਦੇ ਨੇ। ਪਤਾ ਨਹੀਂ ਕਿੰਨੇ ਸੁਰ ਸਿੰਘ ਚੱਕਰ ਲਾਉਂਦੇ ਨੇ ਵੀ ਬਾਬਾ ਜੀ ਇਹ ਸਮਾਗਮ ਕਰਨਾ ਹੈ ਅਤੇ ਕਿਸ ਤਰ੍ਹਾਂ ਕਰੀਏ। ਉਹਨਾਂ ਦਾ ਧੰਨਵਾਦ। ਗਿਆਨੀ ਹਰਦੀਪ ਸਿੰਘ ਜੀ ਜੋ ਛਾੜਾ ਸਾਹਿਬ ਵੀ ਕਥਾਵਾਚਕ ਰਹੇ ਨੇ, ਤਾਬਿਆ ਸਜੇ ਨੇ, ਭਾਈ ਅਮਰੀਕ ਸਿੰਘ ਜੀ, ਹੋਰ ਗ੍ਰੰਥੀ ਸਾਹਿਬਾਨ, ਸੇਵਾਦਾਰ ਔਰ ਗੁਰੂ ਕੀ ਸੰਗਤ, ਸਾਰਿਆਂ ਦਾ ਕੋਟਾਨ ਕੋਟ ਧੰਨਵਾਦ। ਧੰਨ ਗੁਰੂ ਅਰਜਨ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਨੇ ਬਖਸ਼ਿਸ਼ ਕਰਕੇ ਆਪਣੇ ਚਰਨਾਂ ਵਿੱਚ ਬਿਠਾ ਕੇ ਕੁਝ ਬਚਨ ਕਹਿਣ ਦੇ ਵਾਸਤੇ ਸਮਾਂ ਬਖਸ਼ਿਆ। ਸੰਗਤ ਜੀ ਬੇਸ਼ੱਕ ਪੌਣੇ ਨਾ ਹੋ ਗਏ ਨੇ, ਬਾਬਾ ਜੀ ਨੂੰ ਮੈਂ ਬੇਨਤੀ ਕਰਾਂਗਾ ਭਾਵੇਂ 5 ਮਿੰਟ ਸੰਗਤ ਦੇ ਦਰਸ਼ਨ ਕਰਨ, ਬਾਬਾ ਜੀ ਜ਼ਰੂਰ ਸੰਗਤਾਂ ਨਾਲ ਬਚਨ ਸਾਂਝੇ ਕਰਨ, ਕਿਉਂਕਿ ਸੰਗਤਾਂ ਦੇ ਮਨ ਦੀ ਇਹ ਤਮੰਨਾ ਹੁੰਦੀ ਹੈ ਕਿ ਬਾਬਾ ਜੀ ਵੀ ਕੋਈ ਬਚਨ ਸੁਣਾਉਣ। ਮੈਂ ਸਪੀਕਰ ਵਾਲੇ ਸਿੰਘਾਂ ਨੂੰ ਬੇਨਤੀ ਕਰਾਂਗਾ, ਜੇ ਲੀਡ ਉੱਥੇ ਜਾ ਸਕਦੀ ਹੈ ਤੇ ਬਾਬਾ ਜੀ ਕੋ ਲੀਡ ਲੈ ਚਲੀਏ, ਨਹੀਂ ਤੇ ਬੇਨਤੀ ਕਰਕੇ ਬਾਬਾ ਜੀ ਨੂੰ ਇੱਥੇ ਲੈ ਆਈਏ। ਲੀਡ ਚੱਲ ਜੇਗੀ ਉੱਥੇ ਬਾਬਾ ਜੀ ਕੋ? ਹਾਂਜੀ ਚੱਲ ਜਿਓ, ਲੈ ਜਾਓ। ਸੋ ਬਾਬਾ ਜੀ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਾਂਗਾ, ਜੋ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ਼ ਬੰਸ 12ਵੇਂ ਜਾਨਸ਼ੀਨ ਨੇ ਔਰ ਬੜੇ ਸੁਚੱਜੇ ਢੰਗ ਦੇ ਨਾਲ ਦਲ ਪੰਥ ਨੂੰ ਚਲਾ ਰਹੇ ਨੇ, ਸੰਚਾਲਕ ਨੇ ਦਲ ਪੰਥ ਦੇ, ਔਰ ਵਿਦਵਾਨਾਂ ਦਾ ਬੜਾ ਸਤਿਕਾਰ ਕਰਦੇ ਨੇ, ਗੁਰੂ ਕੀ ਸੰਗਤ ਦਾ ਬੜਾ ਸਤਿਕਾਰ ਕਰਦੇ ਨੇ। ਨਾਲ ਆਏ ਜਿਹੜੇ ਕਦੀਮੀ ਸਿੱਖ ਨੇ, ਸੇਵਾਦਾਰ ਨੇ, ਬਾਬਾ ਸਾਧ ਜੀ, ਜਿਨ੍ਹਾਂ ਦੇ ਪੜਦਾਦਾ ਵੀ ਇੱਥੇ ਆਉਂਦਾ ਰਿਹਾ ਬਾਬੇ ਬਿਧੀ ਚੰਦ ਦੇ ਘਰ। ਇਹ ਇਤਿਹਾਸ ਵਿੱਚ ਮੈਂ ਲਿਖ ਰਿਹਾ, ਤਾਰਾ ਸਿੰਘ ਉਹਦਾ ਨਾਮ ਸੀ। ਇਹ ਬਾਬਾ ਲਾਭ ਸਿੰਘ ਨੂੰ ਆ ਕੇ ਆਖਿਆ, ਬਾਬਾ ਜੀ ਇਹਨੂੰ ਲੋਕ ਕਹਿੰਦੇ ਭੂਤ ਚੰਬੜੇ ਆ, ਬਾਬਾ ਕਹਿੰਦੇ ਇਹਨੇ ਸੇਵਾ ਕਰਨੀ ਆ, ਕੋਈ ਨਹੀਂ ਚੰਬੜਿਆ, ਛੱਡ ਜਾਓ ਇੱਥੇ। ਉਸ ਜਵਾਨ ਨੇ ਵੀ ਸਾਰੀ ਉਮਰ ਸੇਵਾ ਕੀਤੀ, ਘਰ ਜਾਂਦਾ ਤੇ ਆ ਜਾਂਦਾ ਸੀ। ਇਹਨਾਂ ਦਾ ਬਾਬਾ ਤੇ ਇਹਨਾਂ ਦਾ ਪੜਦਾਦੇ ਤੱਕ ਇਹ ਗੁਰੂ ਘਰ ਦੇ ਸੇਵਾਦਾਰ ਰਹੇ ਨੇ। ਜਥੇਦਾਰ ਗਿਆਨੀ ਨਿਹਾਲ ਸਿੰਘ ਜੀ ਦਲ ਪੰਥ ਵਿੱਚ ਸੇਵਾ ਨਿਭਾਉਂਦੇ ਰਹੇ ਨੇ, ਉਹ ਵੀ ਹਾਜ਼ਰ ਨੇ। ਸੋ ਇਸੇ ਪ੍ਰਕਾਰ ਕਿੰਨੇ ਕੁ ਨਾ ਗਿਣਾ, ਸਮਾਂ ਬੜਾ ਲੱਗੇਗਾ। ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਬਚਨ ਕਹਿੰਦਿਆਂ ਕੋਈ ਵੱਧ ਘੱਟ ਕਿਹਾ ਗਿਆ ਹੋਵੇ ਤਾਂ ਅਣਜਾਣ ਜਾਣ ਕੇ ਮਾਫੀ ਦਿਓ। ਅੱਗੇ ਵਾਸਤੇ ਸੰਗਤ ਅਰਦਾਸ ਕਰਿਓ, ਸੱਚੇ ਪਾਤਸ਼ਾਹ ਜਿਸ ਬਚਨ ਨੂੰ ਕਹੀਏ ਉਹਨੂੰ ਕਮਾਉਣ ਦਾ ਵੀ ਬਲ ਬਖਸ਼ਣ, ਜਿਸ ਕਰਕੇ ਸਾਡਾ ਵੀ ਜੀਵਨ ਜਿਹੜਾ ਹੈ ਉਹ ਸਫਲਾ ਹੋ ਸਕੇ। ਆਓ ਫਤਿਹ ਸਾਂਝੀ ਕਰੋ, ਕੋਈ ਰਸਨਾ ਬਾਝੀ ਨਾ ਰਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।